श्री राग महला पंजवां। घड़ी मोहत का पाहुणा, काज सवार नहार। माया काम व्याप्या, समझे नाही घावार। उठ चलिया पछताया, परया वस जंदार। अंधे तू बैठा कंधी पाए, जे होवी पूर्व लिखया। ता गुरु का बचन कमाए, रहाओ हरी नाही नह डडुरी। पक्की वड्डण हार, ले ले दात पोतिया। लावे कर तैयार, जां होआ हुक्म किरसान दा। तां लुण मिणिया खेतार। पहला पहर धंधे गया, दूजे पर सोया। तीजे चाख चखाया, चौथे पोर पिया। कद ही चित न आयो, जिन जियो पिंड दिया। साध संगत को वारिया, जियो किया कुर्बान। जिसते सोजी मन पई, मिलिया पुरख सुजान। नानक डिठा सदा नाल, हर अंतर जामी जान। सतगुरु सच्चे पातशाह सानू जीवां नू जीवन की सफलता लई प्रेरणा करते हैं। शब्द की रहाओ की पंक्ति अंदर, अंधे तू बैठा कंधी पा। कुछ अखर ऐसे आउंदे ने जिहड़े साडी आम गलबात विच वरते जांदे ने। उन्हां दी सानू समझ जल्दी आ जाती, पर कई बारी कुछ अखर दूजे इलाकियां दे दूजियां बोलियां दे भी आउंदे हैं। उन्हां नू समझे तो बिना अर्थ समझ नहीं आउंदे। इसलिए विचार करनी बहुत जरूरी है। हुण इत्थे शब्द अंधे वरते, असी अन्ना किसनू कहने हैं? जिस दे मूँह ते अखां ना होण। ये ब्लाइंड मैन है जी, ये अंधा है जी, ये सूरदास है जी। पर गुरबाणी ते गुरमत अनुसार अंधा किसनू क्या? अंधे ए ना आखियन, जिन मुख लोयण नाहे। अंधे सेई नानका, जे खसमो कुथे जाए। हुण अर्थ बदल गए। गुरुदेव ने फरमाया, उन्हां नू अंधे ना कहो जिन्हां दे मूँह ते अखां नहीं, बल्कि असल अंधे ओ हन जिन्हां दे मूँह ते अखां भी हैं, पर जिस काम लई आए ने वो काम नहीं करदे। तथा जिस लई मनुखा जीवन मिलिया वो काम नहीं करते। तो अंधे सेई नानका, जे खसमों कुथे जाए। आम तौर पर असी देखा है कि जदों कोई मनुख अखां हुंदियां काम अन्नियां वाला करे, ते असी सहजे ही कह दिंदे भाई तू अन्ना है। हालांकि असी भी देख रहे हैं कि दे मूँह ते अखां हन। वो भी कहना नहीं जी मेरे कोल ते अखां हन, पर असी कहने तू अखां हुंदियां होया अन्नियां वाला काम कीता, इसलिए तू अन्ना ही। सचमुच साडी अनगैली नू देख के जिस काम लई सानू परमात्मा ने भेजिया वो काम असी विसरे होए हां। इसलिए गुरुदेव नू ये शब्द वरतना पिया, अंधे तू बैठा कंधी पाए। हुण कंधी की है?
ਜਿਹੜਾ ਦਰਿਆ ਦਾ ਕਿਨਾਰਾ ਹੈ ਉਸ ਨੂੰ ਕੰਧੀ ਕਿਹਾ ਜਾਂਦਾ, ਤੇ ਦਰਿਆ ਦੇ ਕਿਨਾਰੇ ਦਾ ਕੋਈ ਭਰੋਸਾ ਨਹੀਂ ਹੁੰਦਾ, ਕਦੋਂ ਦਰਿਆ ਵਿੱਚ ਵਹਿਣ ਆਵੇ ਤੇ ਉਸ ਕਿਨਾਰੇ ਨੂੰ ਢਾਹ ਕੇ ਲੈ ਜਾਏ। ਇਸ ਲਈ ਗੁਰਦੇਵ ਕਹਿੰਦੇ ਨੇ, ਹੇ ਭਾਈ ਅੰਧੇ ਤੂੰ ਬੈਠਾ ਕੰਧੀ ਪਾਏ, ਤੂੰ ਤਾਂ ਦਰਿਆ ਦੇ ਕਿਨਾਰੇ ਤੇ ਬੈਠਾ ਹੋਇਆ। ਜੇ ਹੋਵੀ ਪੂਰਬ ਲਿਖਿਆ ਤਾਂ ਗੁਰ ਕਾ ਬਚਨ ਕਮਾਏ। ਪੂਰਬ ਲਿਖਿਆ, ਜੇ ਧੁਰੋਂ ਤੇਰੇ ਮੱਥੇ ਤੇ ਲਿਖਿਆ ਹੋਵੇ, ਭਾਵ ਉਸ ਵਾਹਿਗੁਰੂ ਅਕਾਲ ਪੁਰਖ ਦੀ ਕਿਰਪਾ ਹੋ ਜਾਏ ਤਾਂ ਤਦੋਂ ਗੁਰ ਕਾ ਬਚਨ ਕਮਾਏ, ਫਿਰ ਤੂੰ ਗੁਰੂ ਦੇ ਬਚਨ ਦੀ ਕਮਾਈ ਕਰ ਲਵੇਂ। ਭਾਵ ਗੁਰੂ ਦੇ ਆਖੇ ਲੱਗ ਕੇ ਤੂੰ ਆਪਣੇ ਜੀਵਨ ਨੂੰ ਸਵਾਰ ਲੈਣਾ ਕਰ। ਆਮ ਤੌਰ ਤੇ ਵੇਖਣ ਵਿੱਚ ਆਉਂਦਾ ਹੈ, ਜੇ ਕਿਸੇ ਨੂੰ ਕੋਈ ਸਿਆਣਾ, ਕੋਈ ਹਮਦਰਦ, ਕੋਈ ਹਿਤੂ, ਕੋਈ ਉਪਦੇਸ਼ਕ ਸਮਝਾਵੇ ਤਾਂ ਅੱਗੋਂ ਜਵਾਬ ਮਿਲਦਾ ਹੈ, ਹਾਲੀ ਮੈਂ ਕਿਹੜਾ ਬੁੱਢਾ ਹੋ ਗਿਆ ਜੀ, ਹਾਲੀ ਮੇਰੇ ਖਾਣ ਪੀਣ ਦਾ ਟਾਈਮ ਹੈ, ਹਾਲੀ ਮੇਰੇ ਕੋਲ ਵੇਲ ਨਹੀਂ ਹੈਗੀ। ਇਸ ਤਰ੍ਹਾਂ ਕਹਿ ਕੇ ਅਸੀਂ ਆਪਣੇ ਆਪ ਨੂੰ ਬਰੀ ਕਰਨ ਦਾ ਯਤਨ ਕਰਦੇ ਹਾਂ। ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ ਨੇ, ਘੜੀ ਮੋਹਤ ਕਾ ਪਾਹੁਣਾ ਕਾਜ ਸਵਾਰ ਨ ਹਾਰ। ਹੈ ਭਾਈ, ਘੜੀ ਇਹ ਸਮੇਂ ਦੀ ਵੰਡ ਹੈ, ਮੋਹਤ ਮਹੂਰਤ। ਜਿਵੇਂ ਅਸੀਂ ਆਮ ਕਹਿ ਦਿੰਦੇ ਹਾਂ ਕਿ ਤੂੰ ਘੜੀ ਦੋ ਘੜੀ ਦਾ ਪ੍ਰਾਹੁਣਾ ਹੈ, ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਬਚਨਾਂ ਵਿੱਚ ਕਦੇ ਵਿਚਾਰੀਏ ਤਾਂ ਸਤਿਗੁਰੂ ਕਹਿੰਦੇ ਨੇ, ਹਮ ਆਦਮੀ ਹਾਂ ਇੱਕ ਦਮੀ ਮੋਹਲਤ ਮੋਹਤ ਨ ਜਾਣਾ। ਸਾਡਾ ਨਾਮ ਹੈ ਆਦਮੀ, ਦਮ ਆਇਆ ਤੇ ਆਦਮੀ, ਦਮ ਆਉਣੋਂ ਰੁਕ ਜਾਏ ਤੇ ਬੰਦੇ ਦੀ ਹੋਂਦ ਖਤਮ ਹੈ। ਸਾਨੂੰ ਕਿਸੇ ਨੂੰ ਵੀ ਆਪਣੀ ਮੋਹਲਤ ਦਾ, ਉਸ ਮੁਹੂਰਤ ਦਾ ਪਤਾ ਹੀ ਨਹੀਂ ਹੈ। ਫਿਰ ਸਤਿਗੁਰੂ ਜੀ ਕਹਿੰਦੇ ਨੇ, ਭਾਈ ਨਾਨਕ ਬਿਨਵੈ ਤਿਸੈ ਸਰੇਵੋ ਜਾ ਕੇ ਜੀ ਪਰਾਣ। ਅੰਧੇ ਜੀਵਨਾ ਵਿਚਾਰ ਦੇਖ ਕੇ ਤੇ ਕਹਿ ਦੇਣਾ। ਜਦ ਤੱਕ ਅਸੀਂ ਵਿਚਾਰ ਨਹੀਂ ਕਰਦੇ, ਅਸੀਂ ਭੁਲੇਖੇ ਵਿੱਚ ਹਾਂ, ਅਸੀਂ ਹਨੇਰੇ ਵਿੱਚ ਹਾਂ। ਪਰ ਸਤਿਗੁਰੂ ਸਾਨੂੰ ਹਨੇਰੇ ਤੋਂ ਚਾਨਣ ਵਿੱਚ ਲਿਆਉਂਦੇ ਨੇ, ਸਾਨੂੰ ਸੁੱਤਿਆਂ ਨੂੰ ਜਗਾਉਂਦੇ ਨੇ ਤੇ ਫਰਮਾਉਂਦੇ ਹਨ, ਹੇ ਭਾਈ ਘੜੀ ਮੋਹਤ ਕਾ ਪਾਹੁਣਾ ਕਾਜ ਸਵਾਰਨ ਹਾਰ। ਤੂੰ ਘੜੀ ਦੋ ਘੜੀਆਂ ਦਾ ਪ੍ਰਾਹੁਣਾ ਹੈ, ਇਹ ਤੇਰੇ ਕੋਲ ਮੌਕਾ ਹੈ ਕਾਜ ਸਵਾਰਨ ਹਾਰ। ਆਪਣੇ ਜੀਵਨ ਦੀ ਸਫਲਤਾ ਦਾ ਕੰਮ ਕਰਨ ਦਾ ਤੈਨੂੰ ਮੌਕਾ ਦਿੱਤਾ ਹੈ। ਭਈ ਪਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਪਰ ਤੇਰਾ ਧਿਆਨ ਇਸ ਪਾਸੇ ਹੈ ਹੀ ਨਹੀਂ। ਤੂੰ ਕੀ ਕਰ ਰਿਹਾ? ਮਾਇਆ ਕਾਮ ਵਿਆਪਿਆ, ਸਮਝੈ ਨਾਹੀ ਗਾਵਾਰ। ਮਾਇਆ ਅਤੇ ਕਾਮ, ਕਾਮ ਦੇ ਮਮੇ ਨੂੰ ਸਿਆਰੀ ਹੈ। ਵਿਆਪਣਾ ਹੁੰਦਾ ਕਿਸੇ ਚੀਜ਼ ਵਿੱਚ ਫਸਿਆ ਹੋਇਆ, ਕਿਸੇ ਚੀਜ਼ ਵਿੱਚ ਖਚਤ ਹੋਇਆ ਹੋਇਆ। ਹੁਣ ਅਸੀਂ ਨਿਰਪੱਖ ਹੋ ਕੇ ਆਪਣੇ ਜੀਵਨ ਤੇ ਝਾਤ ਮਾਰੀਏ ਤਾਂ ਕੀ ਅਸੀਂ ਕਰ ਰਹੇ? ਸਵੇਰੇ ਉੱਠਦਿਆਂ ਸਾਰ ਚੰਗਾ ਚੋਖਾ ਖਾ ਲੈਂਦੇ ਹਾਂ, ਫਿਰ ਹਾ ਹਾ ਹੂ ਹੂ ਕਰਕੇ ਸਾਰਾ ਦਿਨ ਗੁਜ਼ਾਰਦੇ ਨੇ। ਭਗਤ ਕਬੀਰ ਜੀ ਵਰਗੀ ਪਵਿੱਤਰ ਆਤਮਾ ਨੇ ਸਾਡੇ ਸੁਭਾਅ ਦਾ ਨਕਸ਼ਾ ਖਿੱਚ ਕੇ ਸਮਝਾਇਆ। ਆਖਿਆ ਮਨੁੱਖ ਕੀ ਕਰਦਾ? ਐਸੋ ਅਚਰਜ ਦੇਖਿਓ ਕਬੀਰ,
दद कै भोले बिरोले नीर। दुध दे भुलेखे पानी रिड़की जाता है। जे कोई समझावे उन्होंने चार गल्लां उल्टियां सुनाउंदा। फिर पातशाह कहते ने कबीर ऐसो अचरज देखे हो कबीर, दद के भोले बिरोले नीर। हरी अंगूरी गदहा चरे, नित उठ हासै हिंगे मरे। सारा दिन चंगे चंगे पदार्थ, हरी अंगूरी का मतलब चंगे पदार्थ, जिहड़ी रात की उगी हुई फसल होवे उन्होंने हरी अंगूरी कहते। ते जे कोई समझाउण दा यतन करे, माता भैंसा अमोहा जाए, कुद कुद चरै रसा तल पाए। जे कोई समझावे कहता नहीं करूँगा, मस्त झोटे वांगू अगों मारन नूं पैंदा। सचमुच महाराज कहते ने जे तेरे काम वल वेखीए, माया काम व्यापिया, समझे नाही गावार। अपने वल वेखीए, अपने आले दुआले वल वेखीए, अपनी आने वाली पीढ़ी ते पनीरी वल वेखीए, की कर रहे हैं। उन्होंने सवाए माया तो, सवाए हार शिंगार तो, सवाए अडंबर तो, सवाए विषय विकारां तो होर कोई चंगा ही नहीं लगता। माया काम व्यापिया, समझे नाही गावार। जे कोई समझाउण दा यतन भी करे तो गल सुनता नहीं, अगों चार होर गल्लां सुणाउंदा है। मैनू सब पता है जी, मैं सब जानदा हाँ जी। तो महाराज कहते हैं समझे नाही गावार। गावार शब्द आम तौर पर मूर्ख लई वरत्या जाता। ये मूर्ख बंदा समझदा ही नहीं। नतीजा की निकलदा, उठ चलिया पछताया परिया वस जंदार। जदों तैयारी हो जाती है, उठ चलिया, जीवन की यात्रा मुक जाती, स्वासां की पूंजी मुक जाती है, फिर उठ चलिया। फिर संसार तो तुरना पैंदा। बड़े बड़े तुर गए, किस किस की मिसाल दी जाए। इत्थे वो भी चले गए। गहरी करके नीम खुदाई, ऊपर मंडप छाए, मारकंडे ते को अदकाई, जिन तिन धर्म हूण भुलाए। आखा बड़े बड़े त्यागी भी चले गए, बड़े बड़े महल माड़ियां उसारन वाले भी चले। फिर तो कुछ बन नहीं सकता। उठ चलिया पछताया, फिर पछताउंदा, ओहो जे मैनू पता हुंदा। एक नहीं अनेकां लोग मिलते हैं, वो जी सानू पता हुंदा, असी जवानी वेले आ करते रहे, असी आ करते रहे, असी अपना समा संभालिया नहीं। तो परिया वस जंदार। जंदार शब्द जिंद दे वैरी, जिंद कढ़ण वाले जमदूत, उन्हां दे वस पै गए। ये शब्द का पहला पदा है। असी बाणी पढ़ रहे हैं, खिमा करना, बाणी सुन भी रहे हैं, बाणी पढ़ा भी रहे हैं, पर जदों तीकर इस तरह बाणी नूं समझ के नहीं तुरदे, कदे प्रेरणा नहीं मिलती। फिर पातशाह कहने अंधे तू बैठा कंदी पाए, जय हो भी पूरब लिखिया, ता गुर का बचन कमाए। भाई जे तेरे पूरबले भागां विच लिखिया हो, तेरे ते मेहर हो जाए वाहिगुरु जी, फिर गुरु का बचन कमाए। पहली करके गुरु के बचन नूं सुनना, फिर गुरु के बचन नूं समझना, ते फिर गुरु के बचन नूं कमाउणा। जदों तीकर तीन काम असीं नहीं करते, सानू जीवन की कदे सोझी नहीं आउंदी। इसलिए पातशाह प्रेरणा करते ने, अवर काज तेरे किते न काम, मिल साध संगत भज केवल नाम। हे बंदे, ये जिहड़े तू होर काम दौड़ दौड़ के करदा,
ਜਿਨ੍ਹਾਂ ਵਾਸਤੇ ਕਰਦਾ ਹੈ, ਜਿਨ੍ਹਾਂ ਨੂੰ ਕਹਿੰਦਾ ਉਹ ਮੇਰੇ ਹਨ, ਉਹਨਾਂ ਵਾਸਤੇ ਨਾ ਕਰਾਂ ਤੇ ਹੋਰ ਕੀ ਕਰਾਂ, ਪਰ ਉਹ ਤੇਰੇ ਨਹੀਂ। ਪੜ੍ਹੋ ਕਦੇ ਭਗਤ ਕਬੀਰ ਜੀ ਦਾ ਬਚਨ, ਬਹੁ ਪਰਪੰਚ ਕਰ ਭਰਧਨ ਲਿਆਵੇ, ਸੁਤਦਾਰਾ ਪੈ ਆਨ ਲੁਟਾਵੇ। ਮਨ ਮੇਰੇ ਭੂਲੇ ਕਪਟ ਨ ਕੀਜੈ, ਅੰਤ ਨਬੇਰਾ ਤੇਰੇ ਜੀ ਪੈ ਲੀਜੈ। ਛਿਨ ਛਿਨ ਤਨ ਛੀਜੈ, ਜਰਾ ਜਨਾਵੇ, तब तेरी ओक कोई पानियों न पावे। कहत कबीर कोई नहीं तेरा, हृदय राम की ना जपै सवेरा। जे हो भी पूर्व लिखया, ता गुर का बचन कमाए रहाओ। फिर पातशाह समझाते तीन अवस्थावां हन, एक हरी है, एक डडरी है ते एक पक्की, जिसनों आपां तीन अवस्थावां दा जिक्र गुरबाणी च बार बार हुंदा। एक बालपन है, एक जवानी है, एक बुढ़ेपा। पर उस मालक दा कोई पता नहीं कदों वड लवे, कदों लै जाए। आम तौर पर असी देखते हैं, कहने हैं भाई ये फसल पक गई है, इनू पका लो इनू, पर कई बार मालक दी मौज है, वो हरी वड लेंदा, डडरी वड लेंदा, पक्की वड लेंदा, ये उसदी मौज है। असी सब उसकी खेती हाँ। गुरुदेव कहते कोई गारंटी नहीं हैगी, हरी ना ही ना डडरी, पक्की वड्डणहार। ਉਹਦੇ ਅੱਗੇ ਇਸ ਗੱਲ ਦਾ ਕੋਈ ਉਜਰ ਨਹੀਂ ਕਿ ਜੀ ਹਾਲੀ ਤੇ ਬਹੁਤ ਛੋਟੀ, ਹਾਲੀ ਤੇ ਪੱਕੀ ਨਹੀਂ ਹੈਗੀ। नहीं नहीं, जैसे किरसान बोवे किरसानी, का चीपा की बाढ़ परानी। जो जन्म है सो जानो मुआ, गोविंद भगत अस्त्र है थिया। गग्गा गोविंद गुण रवो, सास सास जप नीत। कहाँ बिसासा देह का, बिलम न करे ओ मीत। ना बारक ना जोबने, ना बिरदी कछ बंद। ओ बेरा न बूझिए, जो आए परे जमफंद। हरी नाही ना डडूरी, पक्की वड्डणहार। लै लै दात पोतिया, लावे कर तैयार। हुण लावे कौन होंदे ਜਿਹੜੇ ਲਾਈ ਕਰਦੇ ਨੇ। ਹੁਣ ਆਮ ਲੋਕਾਂ ਨੂੰ ਨਹੀਂ ਪਤਾ, ਪੁੱਠਵਾਰ ਦੇ ਇਲਾਕੇ ਵਿੱਚ ਲਾਵੇ ਕਹਿੰਦੇ ਨੇ ਫਸਲ ਵੱਢਣ ਵਾਲੇ ਹਨ, ਜਿਨ੍ਹਾਂ ਨੂੰ ਕਈ ਇਲਾਕਿਆਂ ਵਿੱਚ ਵਾਢੇ ਵੀ ਕਿਹਾ ਜਾਂਦਾ। ਵੱਢਣ ਵਾਲੇ, ਕਈ ਇਲਾਕਿਆਂ ਵਿੱਚ ਪੱਠੇ ਵੱਢਣ ਵਾਲਿਆਂ ਨੂੰ ਪਾਠੀ ਕਿਹਾ ਜਾਂਦਾ, ਪੱਠੇ ਵੱਢਣ ਵਾਲੇ। ਤੋਂ ਕਹਿਣ ਦਾ ਮਤਲਬ ਇਹ ਤਾਂ ਉਸ ਮਾਲਕ ਦੀ ਮਰਜ਼ੀ ਹੈ, ਉਹ ਹਰੀ ਵੱਢ ਲਵੇ, ਡਡਰੀ ਵੱਢ ਲਵੇ, ਪੱਕੀ ਵੱਢ ਲਵੇ। ਜਦੋਂ ਉਹਦਾ ਹੁਕਮ ਹੋ ਜਾਂਦਾ, ਲੈ ਲੈ ਦਾਤ ਪੌਤਿਆ, ਦਾਤਰੀਆਂ ਲੈ ਕੇ ਉਹ ਪਹੁੰਚ ਜਾਂਦੇ ਨੇ। ਲਾਵੇ ਕਰ ਤੈਯਾਰ, ਜਿਨ੍ਹਾਂ ਨੇ ਉਸ ਫਸਲ ਨੂੰ ਵੱਢਣਾ ਹੈ, ਜਿਹੜੇ ਜੰਮਦੇ ਦੂਤ ਹਨ, ਉਹ ਤੇ ਹਰ ਵੇਲੇ ਉਡੀਕ ਕਰ ਰਹੇ। ਜਾਂ ਹੋਆ ਹੁਕਮ ਕਿਰਸਾਨ ਦਾ, ਤਾਂ ਲੁਣ ਮਿਣਿਆ ਖੇਤਾਰ। ਹੁਣ ਜਦੋਂ ਕਿਰਸਾਨ ਦਾ ਮਤਲਬ ਵਾਹਿਗੁਰੂ ਅਕਾਲ ਪੁਰਖ ਦਾ ਹੁਕਮ ਹੋ ਜਾਂਦਾ, ਫਿਰ ਉਹਦੇ ਅੱਗੇ ਕੋਈ ਉਜਰ ਨਹੀਂ ਹੈ, ਕੋਈ ਜ਼ੋਰ ਨਹੀਂ ਹੈਗਾ, ਕੋਈ ਚਾਰਾ ਨਹੀਂ ਹੈਗਾ। ਜਾਂ ਹੋਆ ਹੁਕਮ ਕਿਰਸਾਨ ਦਾ, ਤਾਂ ਲੁਣ ਮਿਣਿਆ ਖੇਤਾਰ। ਕੋਈ ਹੱਥ ਜੋੜੇ, ਕੋਈ ਤਰਲਾ ਲਵੇ, ਕੋਈ ਆਖੇ ਜੀ ਨਹੀਂ ਹਾਲੀ ਇਹਨੂੰ ਪੱਕ ਜਾਣ ਦਿਓ, ਹਾਲੀ ਇਹਨੇ ਕੁਝ ਦੇਖਿਆ ਹੀ ਨਹੀਂ, ਹਾਲੀ ਤੇ ਛੋਟਾ ਜਿਹਾ ਬੱਚਾ ਹੈ। ਨਾ ਨਾ, ਉੱਥੇ ਕੋਈ ਕਿਸੇ ਦੀ ਗੱਲ ਨਹੀਂ ਸੁਣੀ ਜਾਂਦੀ, ਉੱਥੇ ਤਾਂ ਉਸੇ ਵੇਲੇ ਵੱਢ ਲਿਆ ਜਾਂਦਾ। ਇਸ ਲਈ ਪਾਤਸ਼ਾਹ ਕਹਿੰਦੇ ਯਾਦ ਰੱਖੋ, ਨਾ ਬਾਰਕ ਨਾ ਜੋ ਬਨੇ, ਨਾ ਬਿਰਦੀ ਕਛ ਬੰਦ।
ओ बेरा ना बूझिए जो आए पर जमफंत। पर मनुख की जीवनी किस तरह बीती। पहला पैर धंधे गया दूजे भर सोया। पहला पैर जिंदगी नूं 4 हिस्सों में वंड दिता। पहला पैर बचपना, धंधे गया खेडन कुदन विच बतीजन। दूजा भर सोया, जो दूजा पैर आया जवानी आ गई, बस फिर विषय विकारां विच इन्ना गूढ़ी नींदर सौ गई। ते तीजे झाक चखाया, चौथे भोर पिया। तीजे पैर विच झाक चखाया, विषय विकारां विच लग जांदा। फिर इहदे विच ओह हिम्मत तो बल नहीं रहिंदा, फिर शरीर भी कमज़ोर हो जाता। ते चौथा पैर है बुढ़ेपे का, भोर पिया फिर सवेरा हो जाता। फिर यही काली हुफन धौले आए, उही जवानी का जोर खत्म हो जाता। देखो कितने सुंदर तरीके नाल गुरु अर्जन देव पातशाह ने मनुख के जीवन नूं 4 हिस्सों में वंड दिता। पहला पहर धंधे गया दूजे भर सोया। तीजे झाक चखाया, चौथे भोर पिया। कदी चित न आयो जिन जियो पिंड दिया। कदे भी उस मालक नूं चेते नहीं करना। बचपना होवे कहंदा जी हाली बच्चा है, जवान होवे आंदा जी मेरा खाण पीण दा मौजां लैण दा टाइम है। ते जदों बुढ़ेपा आ जांदा फिर उठिया नहीं जाता, फिर तुरिया नहीं जाता, फिर सुनिया नहीं जाता, फिर पढ़िया नहीं जाता। गल की कद ही चित ना आयो जिन जियो पिंड दिया। उस मालक नूं कदे याद ही नहीं करना। चित्त दे तत्ते नूं सियारी है, चित्त विच आउणा, याद विच आउणा। किसदा याद विच आउणा? जिन जियो पिंड दिया। जिस मालक ने ये जिन दिती, ये पिंड शरीर दिता, उहदी कदे याद ही नहीं। मनुखी सुभाव का चित्रण करदियां गुरुदेव कहते ने, दात प्यारी विसरिया दातारा, जाने ना ही मरण विचारा। उहदियां दित्तियां दातां नाल ते प्यार करदा, पर देण वाले नूं याद ही नहीं करना। कदी ही चित ना आयो जिन जियो पिंड दिया। फिर चौथे पद विच महाराज कहते ने, साध संगत को वारिया जियो किया कुर्बान। मैं गुरु की संगत तो वार नहीं जाता, कुर्बान जाता। जिस संगत विच आउण करके सोझी प्राप्त होंदी। इसे लई गुरुदेव सानू बार बार प्रेरते हैं, आवो सिख सतगुरु के प्यारे हो, गावो सच्ची बाणी। बाणी तां गावो गुरु केरी, बाणियां सिर बाणी। जिनको नदर कर्म होवे, हृदय तिना समाणी। पीवो अमृत सदा रो हर रंग, जपियो सारंग पाणी। कह नानक सदा गावो, ਇਹ ਸੱਚੀ ਬਾਣੀ। ਸੱਚਮੁੱਚ ਜਦੋਂ ਜਦੋਂ ਸਾਨੂੰ ਗੁਰੂ ਦੀ ਸੰਗਤ ਵਿੱਚ ਆਉਣ ਦਾ ਮੌਕਾ ਬਣਦਾ, ਉੱਥੇ ਸਾਨੂੰ ਪ੍ਰੇਰਨਾ ਮਿਲਦੀ, ਸਾਨੂੰ ਹਲੂਣਾ ਮਿਲਦਾ, ਸਾਨੂੰ ਜਗਾਇਆ ਜਾਂਦਾ। ਤਾਂ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ ਨੇ, ਸਾਧ ਸੰਗਤ ਕੋ ਵਾਰਿਆ ਜਿਉ ਕੀਆ ਕੁਰਬਾਨ। मैं गुरु की संगत तो वारने जाता और अपनी जिंद कुर्बान करता हाँ कि जिस संगत विच आउण करके जिस ते सोझी मन पई, मिलिया पुरख सुजान। जिस गुरु की संगत विच आउण करके सोझी मन पई, मन दे अंदर सोझी दा मतलब समझ आई। ਉਹੀ मन जो सुता पिया सी, ਉਹੀ ਮਨ ਜੋ ਵਿਸ਼ੇ ਵਿਕਾਰਾਂ ਵਿੱਚ ਗਲਤਾਨ ਸੀ, ਉਹਨੂੰ ਸੰਗਤ ਵਿੱਚ ਆਉਣ ਕਰਕੇ ਹਲੂਣਾ ਮਿਲਿਆ ਤੇ ਫਿਰ ਇਹ ਜਾਗਿਆ। ਫਿਰ ਇਹਨੂੰ ਪ੍ਰੇਰਨਾ ਮਿਲੀ, ਮਿਲਿਆ ਪੁਰਖ ਸੁਜਾਨ। ਫਿਰ ਉਸ
ਸੁਜਾਨ ਜੋ ਹਰ ਗੱਲ ਜਾਣਨ ਵਾਲਾ ਹੈ, ਉਸ ਦੇ ਨਾਲ ਮੇਲ ਹੋਇਆ, ਭਾਵ ਉਸ ਪਾਸੇ ਤੁਰਿਆ। ਤੇ ਨਾਨਕ ਡਿਠਾ ਸਦਾ ਨਾਲ, ਹਰੇ ਅੰਤਰਜਾਮੀ ਜਾਣ। ਨਾਨਕ ਜੀ ਫਰਮਾਉਂਦੇ ਨੇ, ਗੁਰੂ ਦੀ ਸੰਗਤ ਵਿੱਚ ਆਉਣ ਨਾਲ ਮਨੁੱਖ ਦੀ ਅਗਿਆਨਤਾ ਦੂਰ ਹੁੰਦੀ ਹੈ, ਇਹਦੀ ਨੀਂਦਰ ਦੂਰ ਹੁੰਦੀ ਹੈ, ਤੇ ਫਿਰ ਇਹਨੂੰ ਸਮਝ ਆਉਂਦੀ ਹੈ ਕਿ ਉਹ ਮੇਰਾ ਮਾਲਕ ਤੇ ਮੇਰੇ ਨਾਲ ਹੈ। ਫਿਰ ਇਹਨੂੰ ਪੜ੍ਹਿਆ ਹੋਇਆ ਸਮਝ ਆ ਜਾਂਦਾ ਹੈ ਕਿ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਨਾਨਕ ਡਿਠਾ ਸਦਾ ਨਾਲ, ਹਰ ਅੰਤਰਜਾਮੀ ਜਾਨ। ਅੰਤਰਜਾਮੀ ਦਾ ਅਰਥ ਹੀ ਹੈ ਜੋ ਹਰ ਇੱਕ ਦੇ ਅੰਦਰ ਵਸਦਾ ਹੈ, ਜੋ ਹਰ ਇੱਕ ਦੇ ਅੰਦਰ ਦੀ ਜਾਣਦਾ। ਤੇ ਜਦੋਂ ਮਨੁੱਖ ਨੂੰ ਇਹ ਸਮਝ ਆ ਜਾਏ, ਫਿਰ ਇਹ ਆਪਣੇ ਜੀਵਨ ਦੀ ਕਦਰ ਕਰਦਾ, ਫਿਰ ਇਸ ਨੂੰ ਇੱਕ ਇੱਕ ਮਿੰਟ ਦੀ ਕਦਰ ਹੁੰਦੀ ਹੈ, ਤੇ ਫਿਰ ਇਹ ਸੋਚ ਸੋਚ ਕੇ ਕਦਮ ਧਰਦਾ ਹੈ। ਤੋ ਇਸ ਪਾਵਨ ਸ਼ਬਦ ਰਾਹੀਂ ਸਾਨੂੰ ਹਲੂਣਾ ਦਿੱਤਾ ਗਿਆ, ਅੰਦੇ ਤੂੰ ਬੈਠਾ ਕੰਦੀ ਪਾਏ, ਜੇ ਹੋਵੀ ਪੂਰਬ ਲਿਖਿਆ, ਤਾਂ ਗੁਰ ਕਾ ਬਚਨ ਕਮਾਏ।